ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਰਮੀ ਬੇਸ ਦੇ ਉੱਪਰ। ਅੱਜ ਦੀ ਕਲਾਸ ਦੇ ਵਿੱਚ ਅਸੀਂ HCF ਤੇ LCM ਦੀ ਜਾਣਕਾਰੀ ਪ੍ਰਾਪਤ ਕਰਾਂਗੇ ਔਰ HCF ਤੇ LCM ਬਾਰੇ ਉਹਨਾਂ ਨੂੰ ਸੋਲਵ ਕਰਨ ਦੀਆਂ ਵਿਧੀਆਂ ਔਰ ਉਹ ਕਿੱਥੋਂ ਸ਼ੁਰੂ ਹੋ ਕੇ ਤੇ ਕਿਵੇਂ ਅਸੀਂ ਕੁਐਸਚਨਾਂ ਦੇ ਵਿੱਚ ਉਸ ਨੂੰ ਬਦਲਣਾ ਹੈ ਤੇ ਫੌਜ ਦੇ ਪੇਪਰ ਦੇ ਵਿੱਚ ਕਿਸ ਤਰ੍ਹਾਂ ਦੇ ਉਹਦੇ ਕੁਐਸਚਨ ਆਉਂਦੇ ਨੇ ਔਰ ਕਿਵੇਂ ਉਹਨਾਂ ਨੂੰ ਸੋਲਵ ਕਰਨਾ ਹੈ ਉਸ ਨੂੰ ਦੇਖਾਂਗੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ HCF ਤੇ LCM। ਤਾਂ ਅਸੀਂ ਦੇਖਦੇ ਹਾਂ HCF ਔਰ LCM। ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਜੜ ਦੇਖਾਂਗੇ, ਨਿਉਂ ਦੇਖਾਂਗੇ ਵੀ ਇਹ ਕਿੱਥੋਂ ਬਣੇ ਨੇ ਔਰ ਇਹ ਹੁੰਦੇ ਕੀ ਹੈ, ਇਹਨਾਂ ਦੇ ਨਾਮ ਦਾ ਅਰਥ ਕੀ ਹੈ। ਤਾਂ ਇਸ ਦੇ ਵਿੱਚ ਕੁਝ ਇਹੋ ਜਿਹੇ ਅੱਖਰ ਵੀ ਯੂਜ਼ ਕੀਤੇ ਗਏ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਐਜ਼ ਇਟ ਇਜ਼ ਮਿਲਦੇ ਨੇ ਹਿੰਦੀ ਦੇ ਵਿੱਚ ਔਰ ਆਪਣੇ ਪੰਜਾਬੀ ਭਾਈਚਾਰੇ ਨੂੰ ਉਹਨਾਂ ਅੱਖਰਾਂ ਦੀ ਬਹੁਤਾ ਜਾਣਕਾਰੀ ਨਹੀਂ ਹੁੰਦੀ। ਤਾਂ ਅਸੀਂ ਇਸ ਦੇ ਵਿੱਚ LCM ਤੇ HCF ਦੇ ਬਾਰੇ ਟੋਟਲ ਸਾਰੀ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ, ਫਿਰ ਉਸ ਨੂੰ ਸੋਲਵ ਕਰਨ ਦੇ ਤਰੀਕੇ ਵੀ ਦੇਖਾਂਗੇ। ਤਾਂ ਸਾਡੇ ਕੋਲ ਸਭ ਤੋਂ ਪਹਿਲਾ ਨਾਮ ਹੈ HCF। HCF ਦੀ ਜੇ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਉਹ ਹੁੰਦੀ ਹੈ ਹਾਈਐਸਟ ਕਾਮਨ ਫੈਕਟਰ। ਦੂਸਰਾ ਹੈ LCM। LCM ਦੀ ਜੋ ਸਾਡੇ ਕੋਲ ਫੁੱਲ ਫਾਰਮ ਹੁੰਦੀ ਹੈ ਲੋਐਸਟ ਕਾਮਨ ਮਲਟੀਪਲ। ਅਸੀਂ ਇਸ ਦੇ ਨਾਮ ਕੁਝ ਪੇਪਰ ਦੇ ਵਿੱਚ ਬਦਲ ਕੇ ਜਾਂ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਪੇਪਰ ਦੇ ਵਿੱਚ HCF ਦੇ ਨਾਮ ਬਦਲ ਕੇ ਵੀ ਦਿੱਤੇ ਜਾਂਦੇ ਨੇ। ਇਸ ਨੂੰ GCF ਔਰ GCD ਦੇ ਨਾਮ ਤੋਂ ਵੀ GCF ਔਰ GCD ਦੇ ਨਾਮ ਤੋਂ ਵੀ ਵਰਤੋਂ ਕੀਤੀ ਜਾਂਦੀ ਹੈ। GCF ਦਾ ਮਤਲਬ ਹੈ ਗ੍ਰੇਟੈਸਟ ਕਾਮਨ ਫੈਕਟਰ ਜਾਂ ਗ੍ਰੇਟੈਸਟ ਕਾਮਨ ਡਿਵਾਈਜ਼ਰ। ਇਹਨਾਂ ਦੀ ਆਪਾਂ ਗੱਲ ਕਰਾਂਗੇ ਕੀ ਮਤਲਬ ਹੈ, ਇਹਨਾਂ ਦੀ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਸਾਰੀ ਆਪਾਂ ਡਿਟੇਲ ਕਰਾਂਗੇ। ਔਰ LCM ਨੂੰ LCM ਹੀ ਕਿਹਾ ਜਾਂਦਾ ਹੈ। ਇਸ ਦਾ ਹਿੰਦੀ ਦੇ ਵਿੱਚ ਜੋ ਨਾਮ ਹੈ HCF ਦਾ ਜੋ ਹਿੰਦੀ 'ਚ ਨਾਮ ਹੈ ਉਹ ਹੈ ਮਹੱਤਮ ਸਮਾਪ ਵਰਤਕ। ਮਹੱਤਮ ਸਮਾਪ ਵਰਤਕ ਮਤਲਬ ਮੈਂ ਸੈ ਵੈ। ਪੇਪਰ ਦੇ ਵਿੱਚ ਤੁਹਾਨੂੰ ਕੀ ਲਿਖਿਆ ਹੁੰਦਾ ਹੈ, ਮੈਂ ਸੈ ਵੈ ਜਾਂ ਇਕੱਲਾ ਮੈਂ ਸੈ ਵੀ ਲਿਖਿਆ ਹੁੰਦਾ ਹੈ। ਦੂਸਰਾ ਲਘੁੱਤਮ ਸਮਾਪ ਵਰਤਿਆ। ਲਘੁੱਤਮ ਸਮਾਪ ਵਰਤਿਆ ਇਹਦਾ ਮਤਲਬ ਹੈ ਲੈ ਸੈ ਵੈ ਜਾਂ ਸਾਨੂੰ ਕਈ ਵਾਰ ਪੇਪਰ ਦੇ ਵਿੱਚ ਇਕੱਲਾ ਲੈ ਸੈ ਹੀ ਮਿਲਦਾ ਹੈ। ਹੁਣ ਇਹਨਾਂ ਨੂੰ ਅਸੀਂ ਕੀ ਕਰਦੇ ਹਾਂ, ਤੋੜ ਕੇ ਦੇਖਦੇ ਹਾਂ ਵੀ ਇਹਦਾ ਮਤਲਬ ਕੀ ਨਿਕਲਦਾ ਹੈ। ਜਦੋਂ ਅਸੀਂ ਇਸ ਨਾਮ ਨੂੰ ਤੋੜਿਆ ਤਾਂ ਨਿਕਲਿਆ ਮਹਾ ਉੱਤਮ ਸਮ ਅਪਵਰਤਕ। ਮਹਾ ਪਲੱਸ ਉੱਤਮ ਪਲੱਸ ਸਮ ਪਲੱਸ ਅਪਵਰਤਕ। ਉਵੇਂ ਇਸ ਦਾ ਨਾਮ ਵੀ ਕੀ ਨਿਕਲਦਾ ਹੈ, ਲਘੂ ਪਲੱਸ ਉੱਤਮ ਪਲੱਸ ਸਮ ਪਲੱਸ ਅਪਵਰਤਿਆ। ਤਾਂ ਅਸੀਂ ਇਸ ਨੂੰ ਦੇਖਦੇ ਹਾਂ ਵੀ ਇਹਦਾ ਮਤਲਬ ਕੀ ਹੈ। ਮਹਾ ਦਾ ਮਤਲਬ ਬਹੁਤ ਵੱਡਾ, ਸਭ ਤੋਂ ਵੱਡਾ। ਉਸੇ ਤਰ੍ਹਾਂ ਗ੍ਰੇਟੈਸਟ ਹਾਈਐਸਟ ਦਾ ਮਤਲਬ ਵੀ ਕੀ ਹੁੰਦਾ ਹੈਗਾ, ਸਭ ਤੋਂ ਵੱਡਾ। ਉਸ ਤੋਂ ਬਾਅਦ ਲਘੂ ਦਾ ਮਤਲਬ ਕੀ ਹੁੰਦਾ ਹੈ, ਸਭ ਤੋਂ ਛੋਟਾ। ਠੀਕ ਹੈ। ਔਰ ਸਮ ਦਾ ਮਤਲਬ ਕੀ ਹੈ, ਸਾਂਝਾ। ਸਮ ਦਾ ਮਤਲਬ ਇੱਥੇ ਕੀ ਹੈ, ਸਾਂਝਾ। ਤਾਂ ਸਮ ਦਾ ਮਤਲਬ ਸਾਡੇ ਕੋਲ ਆਉਂਦਾ ਹੈ ਸਾਂਝਾ। ਔਰ ਸਭ ਤੋਂ ਮੇਨ ਅੱਖਰ ਜੋ HCF ਤੇ LCM ਨੂੰ ਸਾਨੂੰ ਸਮਝਾਉਂਦੇ ਨੇ ਉਹ ਹਨ ਅਪਵਰਤਕ। ਅਪਵਰਤਕ ਦਾ ਮਤਲਬ ਹੈ ਗੁਣਨਖੰਡ। ਗੁਣਨਖੰਡ ਮਨ ਭਾਗ, ਹਿੱਸਾ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਦੂਸਰਾ ਹੈ ਸਾਡੇ ਕੋਲ ਅਪਵਰਤਿਆ। ਅਪਵਰਤਿਆ ਦਾ ਮਤਲਬ ਹੁੰਦਾ ਹੈ ਗੁਣਜ, ਪਹਾੜਾ, ਗੁਣਾ ਕਰਨ ਵਾਲਾ। ਜੇ ਅਸੀਂ ਗੱਲ ਕਰੀਏ ਅਪਵਰਤਿਆ ਦੀ, ਗੁਣਾ ਕਰਨ ਵਾਲਾ। ਔਰ ਜਦੋਂ ਅਸੀਂ ਇਸ ਨਾਮ ਨੂੰ ਆਸਾਨੀ ਨਾਲ ਸਮਝ ਲਾਂਗੇ ਤਾਂ ਸਾਨੂੰ HCF ਤੇ LCM ਨੂੰ ਸਮਝਣ ਦੀ ਬਹੁਤਾ ਜ਼ਿਆਦਾ ਦਿੱਕਤ ਨਹੀਂ ਆਊਗੀ ਉਸ ਨੂੰ ਸਮਝਣ ਦੇ ਵਿੱਚ। ਤਾਂ ਅਸੀਂ ਦੇਖਦੇ ਆਂਗੇ ਇਸ ਦੇ ਨਾਮ ਦਾ ਮਤਲਬ ਕੀ ਹੈ। ਅਪਵਰਤਕ ਦੀ ਗੱਲ ਕਰਦੇ ਹਾਂ ਵੀ ਅਪਵਰਤਕ ਦਿਖਦੇ ਕਿਹੋ ਜਿਹੇ ਨੇ ਸਾਨੂੰ ਤੇ ਹੁੰਦੇ ਕਿਵੇਂ ਹੈ। ਅਪਵਰਤਕ ਦਾ ਮਤਲਬ ਹਿੱਸਾ, ਭਾਗ, ਗੁਣਨਖੰਡ, ਜਿਹੜਾ ਕਿਸੇ ਅੱਖਰ ਨੂੰ ਭਾਗ ਕਰਦਾ ਹੈ। ਮੰਨ ਲਓ ਮੈਂ ਤੁਹਾਨੂੰ ਕਹਾਂ ਵੀ 10 ਨੂੰ ਭਾਗ ਕਰਨ ਵਾਲੇ ਅੱਖਰ ਕਿਹੜੇ ਨੇ, ਮਤਲਬ ਅਪਵਰਤਕ। 10 ਦੇ ਅਪਵਰਤਕ ਕਿਹੜੇ ਨੇ, ਸਭ ਤੋਂ ਪਹਿਲਾਂ 10 ਕਿਸ ਤੇ ਭਾਗ ਹੁੰਦਾ ਹੈ, 1 ਦੇ ਉੱਪਰ। ਫਿਰ ਕਿਸ ਤੇ ਭਾਗ ਹੁੰਦਾ ਹੈ, 2 ਦੇ ਉੱਪਰ। 3 ਦੇ ਉੱਪਰ ਇਹ ਭਾਗ ਨਹੀਂ ਹੁੰਦਾ। ਉਸ ਤੋਂ ਬਾਅਦ 4 ਦੇ ਉੱਪਰ ਨਹੀਂ ਹੁੰਦਾ। ਫਿਰ ਹੁੰਦਾ ਹੈ 5 ਦੇ ਉੱਪਰ। 6 ਤੇ ਨਹੀਂ ਹੁੰਦਾ ਭਾਗ, 7 ਤੇ ਨਹੀਂ ਹੁੰਦਾ, 8 ਤੇ ਨਹੀਂ ਹੁੰਦਾ, 9 ਤੇ ਨਹੀਂ ਹੁੰਦਾ। ਔਰ ਸਭ ਤੋਂ ਵੱਡਾ ਕੀ ਹੁੰਦਾ ਹੈ, 10। ਜੋ 10 ਹੈ, ਜਿਹੜੇ ਜਿਹੜੇ ਅੱਖਰਾਂ ਤੇ ਭਾਗ ਹੁੰਦਾ ਹੈ ਉਸ ਨੂੰ ਉਸਦੇ ਅਪਵਰਤਕ ਬੋਲੇ ਜਾਂਦੇ ਨੇ। ਔਰ ਅਪਵਰਤਕ ਦਾ ਮਤਲਬ ਹੀ ਇਹੀ ਹੈ ਗੁਣਨਖੰਡ, ਉਸ ਨੂੰ ਭਾਗ ਕਰਨ ਵਾਲਾ, ਹਿੱਸਾ ਜਾਂ ਭਾਗ, ਜਾਂ ਇਸ ਨੂੰ ਇਕੱਲਾ ਖੰਡ ਵੀ ਬੋਲ ਸਕਦੇ ਹਾਂ ਅਸੀਂ। ਤਾਂ 10 ਦੇ ਅਪਵਰਤਕ ਕਿਹੜੇ ਆ ਗਏ, 1 2 5 ਔਰ 10। ਇਹ ਉਹਦੇ ਅਪਵਰਤਕ ਹੋ ਗਏ। ਦੂਸਰਾ ਕੋਈ ਹੋਰ ਅੱਖਰ ਲੈ ਲੈਂਦੇ, ਮੰਨ ਲਓ ਆਪਣੇ ਕੋਲ ਹੈ 16। 16 ਨੂੰ ਅਪਵਰਤਕ ਕੱਢਦੇ ਆਪਾਂ। 16 ਦੇ ਅਪਵਰਤਕ ਕਿਹੜੇ ਨੇ, ਮਤਲਬ ਆਪਣੇ ਕੋਲ ਕੀ ਹੈ, ਸਭ ਤੋਂ ਪਹਿਲਾਂ 1, ਫਿਰ 16 2 ਤੇ ਵੀ ਭਾਗ ਹੋ ਜਾਂਦਾ ਹੈ। ਫਿਰ ਸਾਡੇ ਕੋਲ 4 ਤੇ ਹੁੰਦਾ ਹੈ। ਉਸ ਤੋਂ ਬਾਅਦ 6 ਤੇ ਨਹੀਂ ਹੁੰਦਾ, 8 ਤੇ ਹੁੰਦਾ ਹੈਗਾ। ਫਿਰ ਸਾਡੇ ਕੋਲ ਦੇਖਿਆ ਸੀ 10 ਤੇ ਨਹੀਂ ਹੁੰਦਾ, 12 ਤੇ ਨਹੀਂ ਹੁੰਦਾ, 14 ਤੇ ਨਹੀਂ ਹੁੰਦਾ, ਸਿੱਧਾ ਜਾ ਕੇ
16 ਤੇ, ਤਾਂ ਇਸ ਦੇ ਅਪਵਰਤਕ ਕਿੰਨੇ ਆ ਗਏ ਸਾਡੇ ਕੋਲ 5। ਤਾਂ ਇਹ ਹੈ ਅਪਵਰਤਕ ਦੀ ਪਰਿਭਾਸ਼ਾ। ਹੁਣ ਅਸੀਂ ਗੱਲ ਕਰੀਏ ਅਪਵਰਤਯ। ਅਪਵਰਤਯ ਦੀ ਗੱਲ ਕਰੀਏ ਤਾਂ ਅਪਵਰਤਯ ਦਾ ਮਤਲਬ ਹੈ ਗੁਣਜ, ਮਤਲਬ ਪਹਾੜਾ। ਜੇ ਮੈਂ ਗੱਲ ਕਰਾਂ 5 ਦੇ ਗੁਣਜ ਕਿਹੜੇ ਨੇ, ਮਤਲਬ ਅਪਵਰਤਯ ਕਿਹੜੇ ਨੇ, ਤਾਂ 5 ਦੇ ਅਪਵਰਤਯ ਕਿਹੜੇ ਹੈਗੇ? ਸਭ ਤੋਂ ਪਹਿਲਾਂ ਅਪਵਰਤਯ ਕੀ ਆਊਗਾ? 5, ਫਿਰ 10, 15 ਔਰ ਇਹਦੀ ਕੋਈ ਲਿਮਟ ਨਹੀਂ, 20, 25, 30, 35, 40 ਜਿੰਨੇ ਵੀ ਇਸ ਦੇ ਗੁਣਾ ਕਰੀ ਚੱਲਾਂਗੇ, ਗੁਣਕ ਹੈਗੇ ਜਿੰਨੇ ਵੀ ਆਪਣੇ ਕੋਲ ਬਣਨਗੇ ਉਹ ਸਾਰੇ ਦੇ ਸਾਰੇ ਉਸ ਦੇ ਅਪਵਰਤਯ ਹੋਣਗੇ। ਜਿਵੇਂ ਆਪਾਂ ਕਰਦੇ ਹਾਂ 12 ਦੇ, ਤਾਂ 12 ਦੇ ਅਪਵਰਤਯ ਕਿਹੜੇ ਨੇ? 12 ਦਾ ਸਭ ਤੋਂ ਪਹਿਲਾਂ 12, ਫਿਰ 24, ਫਿਰ 36, ਫਿਰ 48, ਫਿਰ 60, ਇਸ ਤਰ੍ਹਾਂ ਚੱਲਦਾ ਜਾਊਗਾ। ਪਹਾੜਾ ਕਿਤੇ ਖਤਮ ਨਹੀਂ ਹੁੰਦਾ, ਨਾ ਹੀ ਕਿਤੇ ਅਪਵਰਤਯ ਖਤਮ ਹੋਣ। ਇਹ ਸਾਰੀਆਂ ਚੀਜ਼ਾਂ ਨੂੰ ਦੱਸਣ ਦਾ ਮਤਲਬ ਕੀ ਹੈ? ਆਸਾਨ ਕਰਨਾ HCF ਤੇ LCM ਨੂੰ ਸਮਝਣਾ। ਇਹ ਇਸ ਦੀ ਨੀਂਵ ਹੈ ਔਰ ਸਭ ਤੋਂ ਮੇਨ ਜੋ ਅੱਖਰ ਨੇ ਉਹਦੇ, ਉਹ ਅਪਵਰਤਕ ਔਰ ਅਪਵਰਤਯ ਨੇ। ਜ਼ਿਆਦਾਤਰ ਬੱਚੇ ਕੀ ਕਰਦੇ ਨੇ, ਇਹਨਾਂ ਚੀਜ਼ਾਂ ਤੇ ਰੱਟਾ ਲਗਾਉਂਦੇ ਨੇ, ਤਾਂ ਉਹ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਕੁਝ ਸਮੇਂ ਬਾਅਦ ਜਦੋਂ ਪ੍ਰੈਕਟਿਸ ਛੱਡ ਦਿੰਦੇ ਨੇ ਤਾਂ ਉਹ ਭੁੱਲ ਜਾਂਦੇ ਨੇ। ਤਾਂ ਇਹ ਨੀਂਵ ਯਾਦ ਰੱਖਿਓ। ਹੁਣ ਆਪਾਂ HCF ਤੇ LCM ਨੂੰ ਕਰਨ ਦੀਆਂ ਕੁਝ ਵਿਧੀਆਂ ਕਰਾਂਗੇ, ਤਾਂ ਦੇਖਦੇ ਹਾਂ LCM ਦੀਆਂ ਤੇ HCF ਦੀਆਂ ਸੋਲਵ ਕਰਨ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਨੇ। ਤਾਂ HCF ਨੂੰ ਸੋਲਵ ਕਰਨ ਦੀਆਂ ਸਾਡੇ ਕੋਲ 3 ਵਿਧੀਆਂ ਨੇ। HCF GCD ਜਾਂ GCF ਬੋਲਿਆ ਜਾਂਦਾ ਇਸ ਨੂੰ, ਪੇਪਰ ਦੇ ਵਿੱਚ ਇਹਨਾਂ ਅੱਖਰਾਂ ਤੋਂ ਇਹ ਜਾਣੂ ਹੁੰਦਾ ਹੈ ਸਾਨੂੰ। ਤਾਂ ਸਭ ਤੋਂ ਪਹਿਲੀ ਵਿਧੀ ਹੈ ਸਾਡੇ ਕੋਲ ਗੁਣਨ ਖੰਡਨ ਵਿਧੀ, ਦੂਸਰੀ ਵਿਧੀ ਹੈ ਭਾਗ ਵਿਧੀ, ਤੀਸਰੀ ਵਿਧੀ ਹੈ ਘਾਤ ਵਿਧੀ, ਘਾਤ ਵਿਧੀ ਜਾਂ ਇਸ ਨੂੰ ਪਾਵਰ ਵੀ ਬੋਲ ਦਿੰਦੇ ਆ, ਮਤਲਬ ਡਿਗਰੀ। ਕਿਸੇ ਵੀ ਅੱਖਰ ਦੀ ਡਿਗਰੀ ਦੇ ਵਿੱਚ ਤੁਹਾਨੂੰ ਪਾਵਰ ਦੇ ਵਿੱਚ ਡਾਇਰੈਕਟਲੀ ਰਕਮ ਦਿੱਤੀ ਹੋਊਗੀ, ਪੇਪਰ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਵਿਧੀ ਕਰਦੇ ਆਂਗੇ ਗੁਣਨ ਖੰਡਨ ਵਿਧੀ। ਹੁਣ ਜਦੋਂ ਵੀ ਅਸੀਂ HCF ਦਾ ਨਾਮ ਪਿੱਛੇ ਡਿਸਕਸ ਕੀਤਾ ਸੀ ਤਾਂ HCF ਦਾ ਮਤਲਬ ਸੀਗਾ ਹਾਈਐਸਟ ਕਾਮਨ ਫੈਕਟਰ। ਕਾਮਨ ਦਾ ਮਤਲਬ ਸਾਂਝਾ, ਤੇ ਸਾਂਝਾ ਕਦੇ ਵੀ ਇੱਕ ਚੀਜ਼ ਦੇ ਵਿੱਚ ਨਹੀਂ ਹੁੰਦਾ, ਤਾਂ ਸਾਂਝਾ ਹਮੇਸ਼ਾ 2, 3, 4 ਜਾਂ ਜ਼ਿਆਦਾ ਚੀਜ਼ਾਂ ਦੇ ਵਿੱਚ ਮਿਲਦਾ ਹੈ। ਤਾਂ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ HCF ਅਸੀਂ ਕੱਢਣਾ ਹੈ ਉਹ 2 ਜਾਂ 2 ਤੋਂ ਜ਼ਿਆਦਾ ਰਕਮਾਂ ਦਾ ਨਿਕਲਦਾ ਹੈ। ਮਤਲਬ ਜਿਵੇਂ ਆਪਾਂ ਗੱਲ ਕਰੀਏ, ਸਾਨੂੰ ਕਹਤਾ ਵੀ 12 और 18 ਦਾ HCF ਕੱਢਣਾ ਹੈ, 12 और 18 ਦਾ HCF ਕੱਢਣਾ ਹੈ। 12 ਤੇ 18 ਦਾ HCF ਕੱਢਣ ਵਾਸਤੇ ਸਭ ਤੋਂ ਪਹਿਲਾਂ 12 ਦੇ ਅਭਾਜਯ ਗੁਣਨਖੰਡ ਬਣਾ ਲਓ ਔਰ 18 ਦੇ ਅਭਾਜਯ ਗੁਣਨਖੰਡ ਬਣਾ ਲਓ। 12 ਦੇ ਅਭਾਜਯ ਗੁਣਨਖੰਡ ਬਣੇ ਸਾਡੇ ਕੋਲ 2 ਤੇ ਗਿਆ, ਸਭ ਤੋਂ ਪਹਿਲਾਂ ਅਭਾਜ ਸੰਖਿਆ 2 ਹੈਗੀ, ਇਹਨੂੰ ਭਾਗ ਕਰ ਦਈਏ 6 ਆ ਗਿਆ। ਫਿਰ 2 ਤੇ ਗਿਆ, ਸਾਡੇ ਕੋਲ ਕਿੰਨਾ ਆ ਗਿਆ 3, ਫਿਰ 3 ਤੇ ਭਾਗ ਕੀਤੀ 1 ਆਇਆ। ਤਾਂ ਅਭਾਜ ਸੰਖਿਆ ਸਾਡੇ ਕੋਲ ਜਿਹੜੇ ਗੁਣਨਖੰਡ ਨੇ ਉਹਦੇ ਇਹ ਬਣ ਗਏ। ਉਸ ਤੋਂ ਬਾਅਦ 18 ਦੇ ਬਣਾਏ, 2 ਤੇ ਗਿਆ 9 ਆ ਗਿਆ, ਫਿਰ 3 ਤੇ ਗਿਆ 3, 3 ਤੇ ਗਿਆ 1। ਹੁਣ ਇਹ ਜਿਹੜੇ ਸਾਡੇ ਕੋਲ ਅਭਾਜ ਗੁਣਨਖੰਡ ਬਣੇ ਨੇ, ਇਹਨਾਂ ਦੇ ਵਿੱਚ ਅਸੀਂ ਕੀ ਛੰਟਣੇ ਹੈਗੇ? ਸਾਂਝੇ, ਕਾਮਨ ਫੈਕਟਰ ਦੇਖਣੇ। ਇਹ ਭਾਗ ਕਰਨ ਵਾਲੇ ਨੇ ਤਾਂ ਅਸੀਂ ਕਾਮਨ ਫੈਕਟਰ ਦੇਖਣੇ ਕਿਹੜੇ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਹੈ? 2 ਹੈ, ਇਹਦੇ ਵਿੱਚ ਵੀ 2 ਹੈ, ਉਸ ਨੂੰ ਲਿਖ ਲਿਆ। ਫਿਰ ਸਾਡੇ ਕੋਲ ਇਸ ਦੇ ਵਿੱਚ 3 ਹੈ, ਇਸ ਦੇ ਵਿੱਚ ਵੀ 3 ਹੈ, ਇਸ ਨੂੰ ਲਿਖ ਲਿਆ ਔਰ ਉਹਨਾਂ ਦੀ ਗੁਣਾ ਕਰਤੀ ਔਰ ਆਪਣੇ ਕੋਲ ਕੀ ਆਇਆ? ਉੱਤਰ 6। ਤਾਂ 6 ਇੱਕ ਇਹੋ ਜਿਹਾ ਅੱਖਰ ਹੈ, ਸਭ ਤੋਂ ਵੱਡਾ ਅੱਖਰ ਹੈ, ਜੋ 12 ਨੂੰ ਤੇ 18 ਨੂੰ ਦੋਨਾਂ ਨੂੰ ਭਾਗ ਕਰਦਾ ਹੈ। ਸਾਂਝਾ ਅੱਖਰ ਹੈ, 12 ਨੂੰ ਤੇ 18 ਨੂੰ ਭਾਗ ਕਰਨ ਵਾਲਾ ਸਭ ਤੋਂ ਵੱਡਾ, ਇਸੇ ਕਰਕੇ ਇਹਦਾ ਨਾਮ ਹੈਗਾ HCF, ਮਤਲਬ ਹਾਈਐਸਟ ਅੱਖਰ ਹੈਗਾ 6, ਜਿਹੜਾ 12 ਨੂੰ ਤੇ 18 ਨੂੰ ਭਾਗ ਕਰਦਾ ਹੈ। ਔਰ HCF ਦੀ ਖਾਸੀਅਤ ਇਹ ਹੈ ਕਿ ਇਹ HCF ਦਾ ਮਤਲਬ ਹਾਈਐਸਟ, ਲੇਕਿਨ ਉੱਤਰ ਦੋਨਾਂ ਰਕਮਾਂ ਤੋਂ ਛੋਟਾ ਜਾਂ ਬਰਾਬਰ ਹੋ ਸਕਦਾ ਹੈਗਾ, ਲੇਕਿਨ ਵੱਡਾ ਨਹੀਂ ਹੋ ਸਕਦਾ। ਇਹਨਾਂ ਦੋਨਾਂ ਰਕਮਾਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਤਾਂ HCF ਕੀ ਹੈ ਸਾਡੇ ਕੋਲ? 6 ਇਸ ਦਾ। ਇਹ ਸਾਡੇ ਕੋਲ ਕੀ ਸੀਗੀ? ਅਭਾਜ ਗੁਣਨਖੰਡਨ ਵਿਧੀ। ਦੂਸਰੀ ਜੇ ਗੱਲ ਕਰੀਏ, ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਕਈ ਵਾਰ ਸਾਨੂੰ ਕਹਿੰਦੇ 13 ਤੇ ਜਿਵੇਂ 17 ਦੇ ਵਿੱਚ ਅਸੀਂ HCF ਕੱਢਣਾ ਹੈਗਾ, ਤਾਂ ਉਹ ਕੀ ਕਰਦੇ? 13 ਨੂੰ ਦੇਖਿਆ, ਉਹ ਤਾਂ ਪਹਿਲਾਂ ਹੀ ਅਭਾਜ ਸੰਖਿਆ ਹੈਗੀ। ਫਿਰ ਦੇਖਿਆ 17 ਨੂੰ, ਉਹ ਤਾਂ ਪਹਿਲਾਂ ਹੀ ਅਭਾਜ ਸੰਖਿਆ ਹੈਗੀ। ਤਾਂ ਸਾਡੇ ਕੋਲ ਕੀ ਕਰੀਏ ਅਸੀਂ? ਹੁਣ ਇਹਦਾ HCF ਹੀ ਨਹੀਂ ਨਿਕਲਦਾ। ਤਾਂ ਸਾਂਝਾ ਆਪਣੇ ਕੋਲ ਕੀ ਹੈ ਹੁਣ? 1। ਤਾਂ ਇਹਦਾ HCF ਕੀ ਆਊਗਾ? ਜਿਹਦੇ ਵਿੱਚ ਕੁਝ ਵੀ ਕਾਮਨ ਨਹੀਂ ਹੈਗਾ ਤਾਂ ਉਹਦੇ ਵਿੱਚ 1 ਕਾਮਨ ਹੁੰਦਾ ਹੈ। HCF ਕੀ ਆ ਜਾਂਦਾ ਹੈ? 1। ਹੁਣ ਅਸੀਂ ਦੂਸਰੀ ਵਿਧੀ ਨੂੰ ਡਿਸਕਸ ਕਰਦੇ ਹਾਂ। ਦੂਸਰੀ ਵਿਧੀ ਹੈ ਸਾਡੇ ਕੋਲ ਭਾਗ ਵਿਧੀ। ਹੁਣ ਅਸੀਂ ਇਸ ਦੇ ਉੱਪਰ ਦੇਖਦੇ ਹਾਂ ਵੀ ਇਹ ਕਿਵੇਂ ਸੋਲਵ ਕਰਦੀ ਹੈ, ਔਰ ਇਹ ਵੱਡੀਆਂ ਤੋਂ ਵੱਡੀਆਂ ਰਕਮਾਂ ਦਾ HCF ਬੜੀ ਆਸਾਨੀ ਨਾਲ ਪਤਾ ਕਰਦੀ ਹੈ। ਔਰ ਇਸ ਭਾਗ ਵਿਧੀ ਦਾ ਕੁਝ ਨਵਾਂ ਤਰੀਕਾ ਹੈਗਾ, ਨਵੇਂ ਤਰੀਕੇ ਨਾਲ ਭਾਗ ਕਰਨੀ ਹੈ, ਉਸ ਨੂੰ ਦੇਖਦੇ ਹਾਂ। ਜਿਵੇਂ ਸਾਨੂੰ ਹੁਣੀ ਅਸੀਂ ਰਕਮ ਕੀਤੀ 12 ਤੇ 18 ਦੀ, 12 ਤੇ 18 ਦਾ ਅਸੀਂ HCF ਕੱਢਿਆ, ਤਾਂ ਅਸੀਂ ਇਸ ਦਾ HCF ਜੇ ਭਾਗ ਵਿਧੀ ਨਾਲ ਕਰਨਾ ਹੋਵੇ। ਦੂਸਰੀ ਗੱਲ, ਅਸੀਂ ਅਭਾਜ ਗੁਣਨਖੰਡਨ ਵਿਧੀ ਨਾਲ ਛੋਟੀਆਂ ਰਕਮਾਂ ਦਾ
ਅਸੀਂ ਕੀ ਕਰਦੇ ਹੈਗੇ HCF ਕੱਢ ਲੈਂਦੇ ਹੈਗੇ। ਲੇਕਿन ਵੱਡੀਆਂ ਰਕਮਾਂ ਦਾ ਜਦੋਂ ਅਸੀਂ HCF ਪਤਾ ਕਰਨਾ ਹੈ ਤਾਂ ਅਸੀਂ ਕਿਵੇਂ ਕਰਾਂਗੇ ਭਾਗ ਵਿਧੀ ਨਾਲ। ਭਾਗ ਵਿਧੀ ਨਾਲ ਕੀ ਹੁੰਦਾ ਹੈਗਾ, ਭਾਗ ਵਿਧੀ ਨਾਲ ਜਦੋਂ ਅਸੀਂ ਸਵਾਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦੋਨਾਂ ਚੋਂ ਵੱਡੀ ਰਕਮ ਚੁਣ ਲਓ ਵੀ ਕਿਹੜੀ ਹੈ। ਸਾਡੇ ਕੋਲ ਦੋਨਾਂ ਚੋਂ ਵੱਡੀ ਰਕਮ ਹੈ 18। 18 ਨੂੰ ਕੀ ਕਰਾਂਗੇ ਅਸੀਂ ਭਾਗ ਕਰਾਂਗੇ 12 ਦੇ ਉੱਪਰ, ਤਾਂ ਭਾਗ ਕੀਤੀ 12 ਏਕਮ 12, ਕੀ ਬਚ ਗਿਆ ਸਾਡੇ ਕੋਲ 6। ਹੁਣ ਜਿਹੜਾ ਸਾਡੇ ਕੋਲ ਸ਼ੇਸ਼ ਬਚਦਾ ਹੈ, ਮੈਂ ਬਾਰ-ਬਾਰ ਬੋਲ ਰਿਹਾ, ਜਿਹੜਾ ਸਾਡੇ ਕੋਲ ਸ਼ੇਸ਼ ਬਚਦਾ ਹੈਗਾ ਉਸ ਸ਼ੇਸ਼ ਨੂੰ ਤਾਂ ਕੀ ਕਰ ਦਿਓ ਬਾਹਰ, ਔਰ ਜਿਸ ਤੇ ਪਹਿਲਾਂ ਭਾਗ ਕੀਤੀ ਸੀ ਉਸ ਨੂੰ ਕਰ ਦਿਓ ਅੰਦਰ। ਤਾਂ ਸਾਡੇ ਕੋਲ ਕੀ ਆ ਗਿਆ 6, ਹੁਣ ਉਸ ਨੂੰ ਭਾਗ ਕਰੂਗਾ 12 ਨੂੰ ਜਿਹਨੇ ਪਹਿਲਾਂ 18 ਨੂੰ ਭਾਗ ਕੀਤੀ ਸੀ। ਤਾਂ 6 ਨਾਲ ਅਸੀਂ ਕੀ ਕੀਤਾ 12 ਨੂੰ ਭਾਗ ਕੀਤੀ ਤਾਂ ਇੱਥੇ ਆ ਗਿਆ 6 ਦੂਣੀ 12, ਤਾਂ ਆਪਣੇ ਕੋਲ ਭਾਗ ਹੋ ਗਈ ਖਤਮ। ਹੁਣ ਉੱਤਰ ਕਿਹੜਾ ਹੋਊਗਾ, ਜਿਹੜਾ ਅੱਖਰ ਭਾਗ ਨੂੰ ਖਤਮ ਕਰੂਗਾ, ਮਤਲਬ 6 ਨੇ ਆਪਣੇ ਕੋਲ ਸ਼ੇਸ਼ ਕੀ ਲਿਆ ਤਾ 0, ਤਾਂ ਸਾਡੇ ਕੋਲ ਇਹ ਸਾਡਾ ਕੀ ਆ ਗਿਆ HCF। ਤਾਂ ਇਸ ਤਰ੍ਹਾਂ ਭਾਗ ਵਿਧੀ ਹੁੰਦੀ ਹੈ। ਕੋਈ ਵੀ ਵੱਡੀ ਰਕਮ ਲੈ ਲਓ, ਆਪਾਂ ਕੀ ਕਰਦੇ ਹੈਗੇ ਗੁਣਾ ਕਰਦੇ ਸੌਰੀ HCF ਕੱਢਦੇ ਹੈਗੇ। ਮੰਨ ਲਓ 42 ਦਾ ਔਰ 64 ਦਾ, ਮੰਨ ਲਓ ਅਸੀਂ HCF ਕੱਢਣਾ ਭਾਗ ਵਿਧੀ ਨਾਲ, ਤਾਂ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਕੀ ਚੁਣਾਂਗੇ ਵੱਡੀ ਰਕਮ ਚੁਣਾਂਗੇ। ਤਾਂ ਸਾਡੇ ਕੋਲ 64 ਕੀ ਆਈ ਵੱਡੀ ਰਕਮ ਆਈ, ਤਾਂ 64 ਨੂੰ ਅਸੀਂ ਭਾਗ ਕੀਤੀ 42 ਦੇ ਉੱਪਰ, ਤਾਂ 42 ਏਕਮ 42, ਸਾਡੇ ਕੋਲ ਬਚਿਆ ਕੀ 22। ਹੁਣ ਅਸੀਂ ਕੀ ਕੀਤਾ 22 ਜਿਹੜਾ ਸ਼ੇਸ਼ ਬਚਿਆ ਉਸ ਨੂੰ ਬਾਹਰ ਲਿਖਤਾ ਔਰ 42 ਨੂੰ ਅੰਦਰ ਕਰਕੇ ਉਸ ਤੇ ਭਾਗ ਕਰਾਂਗੇ। 22 ਦੀ ਅਸੀਂ ਗੁਣਾ ਕੀਤੀ 22 ਏਕਮ 22, ਬਚ ਗਏ 20। ਅਸੀਂ ਇਹ ਭਾਗ ਨੂੰ ਉਨਾ ਚਿਰ ਕਰਦੇ ਰਹਿਣਾ ਹੈਗਾ ਜਿੰਨਾ ਚਿਰ ਸਾਡੇ ਕੋਲ ਸ਼ੇਸ਼ਫਲ 0 ਨਹੀਂ ਹੋ ਜਾਂਦਾ, ਮਤਲਬ ਭਾਗ ਖਤਮ ਨਹੀਂ ਹੋ ਜਾਂਦੀ। ਤਾਂ ਅੱਗੇ ਸਾਡੇ ਕੋਲ ਜਿਹੜਾ 22 ਅੱਖਰ ਸੀਗਾ ਉਸ ਨੂੰ ਆਪਾਂ ਕੀ ਕੀਤਾ ਅੰਦਰ ਕਰਤਾ ਔਰ ਉਸ ਨੂੰ 20 ਦੇ ਉੱਪਰ ਭਾਗ ਕਰਾਂਗੇ। ਹੁਣ 20 ਦੀ ਅਸੀਂ 22 ਨਾਲ ਭਾਗ ਕੀਤੀ ਤਾਂ 20 ਏਕਮ 20, ਸਾਡੇ ਕੋਲ ਕਿੰਨਾ ਬਚਦਾ ਹੈ ਸ਼ੇਸ਼ 2। ਫਿਰ ਅਸੀਂ 2 ਨੂੰ ਬਾਹਰ ਕਰਕੇ 20 ਦੇ ਉੱਪਰ ਭਾਗ ਕੀਤੀ ਤਾਂ ਸਾਡੇ ਕੋਲ ਕੀ ਆਇਆ 10 ਆ ਗਿਆ ਉੱਤਰ ਔਰ ਭਾਗ ਖਤਮ ਹੋ ਗਈ। ਤਾਂ ਕਿੰਨਾ ਆਇਆ ਉੱਤਰ ਸਾਡੇ ਕੋਲ HCF ਦੇ ਵਿੱਚ 2, ਤਾਂ ਸਾਡਾ HCF ਕਿੰਨਾ ਬਣਦਾ ਹੈ 2। ਇਹ ਹੈ ਸਾਡੇ ਕੋਲ ਭਾਗ ਵਿਧੀ। ਜਿਵੇਂ ਅਸੀਂ ਇਸ ਦਾ ਪਤਾ ਕਰਦੇ ਹਾਂ ਵੱਡੀਆਂ ਤੋਂ ਵੱਡੀਆਂ ਰਕਮਾਂ, ਹੋਰ ਵੀ ਕੋਈ ਵੀ ਵੱਡੀ ਰਕਮ ਹੈਗੀ HCF ਪਤਾ ਕਰ ਸਕਦੇ ਹਾਂ, ਬਟ ਇਹਦੀ ਜ਼ਿਆਦਾ ਪੇਪਰ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਾਡਾ ਗੁਣਨ ਖੰਡਨ ਵਿਧੀ ਨਾਲ ਤੇ ਘਾਤ ਵਿਧੀ ਦੇ ਨਾਲ ਸੰਬੰਧਿਤ ਹੀ ਜ਼ਿਆਦਾਤਰ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਤੀਸਰੀ ਵਿਧੀ ਹੈ ਸਾਡੇ ਕੋਲ ਘਾਤ ਵਿਧੀ। ਘਾਤ ਵਿਧੀ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਘਾਤ ਬਣਾ ਕੇ ਪੇਪਰ ਦੇ ਵਿੱਚ ਡਾਇਰੈਕਟਲੀ ਰਕਮਾਂ ਦਿੱਤੀਆਂ ਜਾਂਦੀਆਂ ਨੇ। ਕਿਵੇਂ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਆਪਾਂ ਡਿਸਕਸ ਕਰਦੇ ਹਾਂ। ਤੁਹਾਨੂੰ ਪਹਿਲੀ ਰਕਮ ਦਿੱਤੀ ਜਾਊਗੀ 2 ਦੀ ਪਾਵਰ ਮੰਨ ਲਓ 3 ਦੇਤਾ, ਗੁਣਾ 'ਚ 5 ਦੀ ਪਾਵਰ 2 ਦੇਤਾ, ਗੁਣਾ 'ਚ 3 ਦੀ ਪਾਵਰ 4 ਦੇਤਾ, ਔਰ ਛੋਟਾ ਜਿਹਾ ਕੌਮਾ ਲਗਾ ਕੇ ਦੇ ਦਿੰਦੇ ਆ ਕਨਫਿਊਜ਼ ਕਰਨ ਦੇ ਲਈ। ਰਕਮ ਨੂੰ ਅੱਡ ਕੀਤਾ ਹੁੰਦਾ ਔਰ ਨਾਲ ਦੀ ਨਾਲ ਹੀ ਅੱਗੇ ਰਕਮ ਦਿੱਤੀ ਹੁੰਦੀ ਹੈ, ਜਾਂ ਉਹ ਇਸ ਤਰ੍ਹਾਂ ਨੀਚੇ ਵੀ ਰਕਮ ਦੇ ਦੇਣਗੇ ਜਾਂ ਇੱਥੋਂ ਸ਼ੁਰੂ ਕਰ ਦੇਣਗੇ। ਅਗਲੀ ਰਕਮ ਦੇਤੀ ਉਹਨਾਂ ਨੇ ਮੰਨ ਲਓ 2 ਦੀ ਪਾਵਰ 2, 3 ਦੀ ਪਾਵਰ 2, 5 ਦੀ ਪਾਵਰ 3। ਤੀਸਰੀ ਰਕਮ ਵੀ ਹੋ ਸਕਦੀ ਹੈ, ਚੌਥੀ ਵੀ ਹੋ ਸਕਦੀ ਹੈ। ਪਹਿਲਾਂ 2 ਰਕਮਾਂ ਨੂੰ ਤੁਸੀਂ ਸਮਝੋ, ਫਿਰ ਚਾਹੇ ਜਿੰਨੇ ਔਖੀਆਂ ਰਕਮਾਂ ਆਉਣ, ਜਿੰਨੀਆਂ ਮਰਜ਼ੀ ਰਕਮਾਂ ਆਉਣ ਗਿਣਤੀ ਦੇ ਵਿੱਚ, ਉਹਨਾਂ ਨੂੰ ਅਸੀਂ ਆਸਾਨੀ ਨਾਲ ਪਤਾ ਕਰ ਲਾਂਗੇ। ਉਹ ਕਹਿ ਦਿੰਦੇ ਇਸ ਦਾ HCF ਪਤਾ ਕਰੋ, ਉਹ ਕਹਿੰਦੇ ਇਸ ਦਾ HCF ਦੱਸੋ ਕਿੰਨਾ ਹੈਗਾ। ਹੁਣ HCF 2 ਤਰੀਕਿਆਂ ਨਾਲ ਉੱਤਰ ਦੇ ਵਿੱਚ ਦਿੱਤਾ ਹੁੰਦਾ ਹੈਗਾ, ਉਹਨਾਂ ਦੋਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇਹ ਸਮਝੋ ਵੀ ਇਹਦੇ ਸਾਂਝੇ ਕਿਹੜੇ ਅੱਖਰ ਹੈਗੇ। 2 ਸਾਂਝਾ, ਚਲੋ ਇੱਕ ਅੱਖਰ ਹੋਰ ਆਪਾਂ ਲਗਾ ਦਿੰਨੇ ਇੱਥੇ, 7 ਦੀ ਪਾਵਰ 2 ਲਗਾ ਦਿੰਨੇ। ਇਹਦੇ ਵਿੱਚ ਸਾਂਝੇ ਪਤਾ ਕਰੋ ਪਹਿਲਾਂ ਕਿਹੜੇ ਹੈ। 2 ਇਹਦੇ ਵਿੱਚ ਵੀ ਹੈ, 2 ਇਹਦੇ ਵਿੱਚ ਵੀ ਹੈ, 3 ਇਹਦੇ ਵਿੱਚ ਵੀ ਹੈ, 3 ਇਹਦੇ ਵਿੱਚ ਵੀ ਹੈ, 5 ਵੀ ਹੈ, 5 ਵੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਸਾਂਝੇ ਦੇਖਣੇ ਨਾ। ਹਾਈਐਸਟ ਕਾਮਨ ਫੈਕਟਰ, ਕਾਮਨ ਦਾ ਮਤਲਬ ਕੀ ਹੈ ਸਾਂਝਾ, ਅਸੀਂ ਸਾਂਝੇ ਲੈ ਲਏ। 7 ਇਹਦੇ ਵਿੱਚ ਹੈ ਲੇਕਿਨ ਇਹਦੇ ਵਿੱਚ ਨਹੀਂ ਹੈ, ਅਸੀਂ ਇਸ ਨੂੰ ਨਹੀਂ ਕਾਊਂਟ ਕਰਾਂਗੇ। ਹੁਣ ਕੀ ਹੋਇਆ, ਅਸੀਂ ਪਾਵਰ ਦੇਖਣੀ ਇਹਨਾਂ ਦੀ ਵੀ ਕਿਹੜੀ ਚੂਜ਼ ਕਰਨੀ ਹੈ ਉੱਤਰ ਦੇ ਵਿੱਚ। ਤਾਂ ਸਾਡੇ ਕੋਲ ਦੇਖੋ 2 ਦੀ ਪਾਵਰ ਇੱਥੇ ਕਿੰਨੀ ਹੈ 2, ਇੱਥੇ ਕਿੰਨੀ ਹੈ 3। ਅਸੀਂ HCF ਪਤਾ ਕਰਨ ਵੇਲੇ ਸਭ ਤੋਂ ਛੋਟੀ ਪਾਵਰ ਦਾ ਪ੍ਰਯੋਗ ਕਰਦੇ ਹਾਂ। ਕੀ ਕਰਾਂਗੇ 2 ਦੀ ਪਾਵਰ 2 ਲਵਾਂਗੇ। ਇਹਨਾਂ ਦੋਨਾਂ ਦੇ ਵਿੱਚੋਂ ਸਾਡੇ ਕੋਲ ਕੀ ਹੈ ਪਾਵਰ ਵੱਡੀ ਹੈਗੀ 3, ਅਸੀਂ 2 ਨੂੰ ਚੂਜ਼ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ 3 ਦੀ ਪਾਵਰ ਕਿਹੜੀ ਹੈਗੀ ਸਭ ਤੋਂ ਛੋਟੀ, ਕੀ ਆਇਆ 4 ਹੈ, ਇੱਥੇ 2 ਹੈ, ਤਾਂ ਅਸੀਂ ਸਭ ਤੋਂ ਛੋਟੀ ਪਾਵਰ ਲੈਤੀ 2। ਫਿਰ ਸਾਡੇ ਕੋਲ 5 ਦੀ ਪਾਵਰ ਇੱਥੇ 3 ਹੈ, ਇੱਥੇ 2 ਹੈ, ਤਾਂ ਅਸੀਂ ਫਿਰ ਕੀ ਲੈਤੀ 5 ਦੀ ਪਾਵਰ ਇੱਥੇ 2। ਤਾਂ ਇਹ ਸਾਡਾ HCF ਹੈਗਾ। ਇਹ ਉੱਤਰ ਦੇ ਵਿੱਚ ਇਸ ਤਰ੍ਹਾਂ ਹੀ ਦਿੱਤਾ ਹੋਊਗਾ, ਜਾਂ ਇਸ ਦੀ ਗੁਣਾ ਬਣਾ ਕੇ। ਪਾਵਰ ਦਾ ਮਤਲਬ ਕੀ ਹੈ, ਗੁਣਾ ਕਰਕੇ ਵੀ ਕਈ ਵਾਰ ਉੱਤਰ ਦਿੱਤਾ ਜਾਂਦਾ ਹੈ। ਕਨਫਿਊਜ਼ਿੰਗ ਤੁਹਾਨੂੰ ਉੱਤਰ ਦਿੱਤੇ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ, 2 ਦੀ ਪਾਵਰ 2 ਦਾ ਮਤਲਬ ਕੀ ਹੈ 4, 3 ਦੀ ਪਾਵਰ 2 ਦਾ ਮਤਲਬ ਕੀ ਹੈ
9, 5 ਦੀ ਪਾਵਰ 2 ਦਾ मतलब ਕੀ ਹੈ 25। ਉਹ ਇਹਨਾਂ ਦੀ ਸਾਰਿਆਂ ਦੀ ਗੁਣਾ ਕਰਕੇ 25 ਚੌਕਾ 100, 100 ਦੀ ਗੁਣਾ 9 ਨਾਲ ਕੀਤੀ, ਉੱਤਰ ਦੇ ਦਿੰਦੇ 900। ਹੁਣ ਜਾਂ ਤਾਂ ਆਹ ਉੱਤਰ ਮਿਲੂਗਾ ਤੁਹਾਨੂੰ ਤੇ ਜਾਂ ਆਹ ਮਿਲੂਗਾ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਇਹ ਪਾਵਰ ਦੇ ਅਕੋਰਡਿੰਗ ਤੁਹਾਨੂੰ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਦੇ ਰਿਲੇਟਿਡ ਇਹ ਕੁਐਸਚਨ ਇਸ ਤਰ੍ਹਾਂ ਦੇ ਮਿਲਦੇ ਨੇ। ਤਾਂ ਹੁਣ ਅਸੀਂ ਅੱਗੇ ਗੱਲ ਕਰਾਂਗੇ LCM ਦੀਆਂ ਵਿਧੀਆਂ। LCM ਨੂੰ ਕਿਵੇਂ ਕਰਨਾ ਹੈ, ਲਘੁੱਤਮ ਸਮਾਵਰਤਕ ਲੈ ਸਹਿ ਵੈ ਨੂੰ ਅਸੀਂ ਕਿਵੇਂ ਸੋਲਵ ਕਰਨਾ ਹੈ। ਤਾਂ LCM ਦੀ ਜੋ ਸਾਡੇ ਕੋਲ ਵਿਧੀ ਹੈ, ਪਹਿਲੀ ਵਿਧੀ ਅਸੀਂ ਕਰਾਂਗੇ ਗੁਣਨ ਖੰਡਨ ਵਿਧੀ। ਗੁਣਨ ਖੰਡਨ ਵਿਧੀ ਦੇ ਵਿੱਚ ਕੀ ਹੈ, ਐਜ਼ ਇਟ ਇਜ਼ ਅਸੀਂ ਜਿਵੇਂ ਉਸ ਦੇ ਵਿੱਚ ਕੀਤਾ ਸੀਗਾ HCF ਦੇ ਵਿੱਚ, ਉਹੀ ਰਕਮ ਨੂੰ ਆਪਾਂ ਰਿਪੀਟ ਕਰਦੇ ਹਾਂ। ਮੰਨ ਲਓ 12 ਦਾ ਤੇ 18 ਦਾ ਅਸੀਂ ਕੀ ਕਰਨਾ ਹੈ, LCM ਕੱਢਣਾ ਹੈ। ਉਸ HCF ਦੇ ਵਿੱਚ ਅਸੀਂ ਇਹਨਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਸੋਲਵ ਕਰਦੇ ਸੀ, ਐ ਭਾਜ ਗੁਣਨ ਖੰਡ ਬਣਾਉਂਦੇ ਸੀ, ਲੇਕਿਨ LCM ਦੇ ਵਿੱਚ ਇਹਨਾਂ ਦੋਨਾਂ ਦੇ ਹੀ ਅਸੀਂ ਗੁਣਨ ਖੰਡਨ ਕਰਾਂਗੇ। ਔਰ ਕਿਸ ਤਰ੍ਹਾਂ ਕਰਨੇ ਨੇ ਉਹਨਾਂ ਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵੀ ਕੋਈ ਵੀ ਅੱਖਰ ਜਿਹੜਾ ਵੀ ਜਿਹੜੇ ਤੇ ਅਭਾਜ ਸੰਖਿਆ ਤੇ ਭਾਗ ਹੁੰਦਾ ਉਸ ਨੂੰ ਲਿਖ ਦਿਆਂਗੇ। ਜਿਵੇਂ 12 2 ਤੇ ਭਾਗ ਹੁੰਦਾ ਹੈਗਾ ਤਾਂ 6 ਆ ਗਿਆ, 18 ਵੀ ਹੁੰਦਾ ਹੈਗਾ ਤਾਂ ਸਾਡੇ ਕੋਲ ਕੀ ਆ ਗਿਆ 9 ਆ ਗਿਆ। ਜਿਹੜੇ ਤੇ ਭਾਗ ਹੁੰਦਾ ਹੈਗਾ ਉਸ ਨੂੰ ਲਿਖ ਕੇ ਅਸੀਂ ਉੱਤਰ ਲਿਖ ਦਿੰਨੇ ਆ। ਫਿਰ ਦੇਖਿਆ ਅਸੀਂ 6 ਕਿਸ ਤੇ ਭਾਗ ਹੁੰਦਾ ਹੈਗਾ 2 ਦੇ ਉੱਪਰ, 6 ਨੂੰ ਅਸੀਂ 2 ਤੇ ਭਾਗ ਕੀਤੀ, ਉੱਤਰ ਆਇਆ ਸਾਡਾ 3 ਤੇ 3 ਜਿਹੜਾ ਉੱਤਰ ਆ ਗਿਆ। ਹੁਣ 9 ਨੂੰ ਦੇਖਦੇ ਹਾਂ ਅਸੀਂ ਵੀ 9 ਸਾਡੇ ਕੋਲ 2 ਦੇ ਉੱਪਰ ਭਾਗ ਨਹੀਂ ਹੁੰਦਾ। ਜਦੋਂ 9 ਸਾਡੇ ਕੋਲ 2 ਦੇ ਉੱਪਰ ਭਾਗ ਨਹੀਂ ਹੁੰਦਾ ਤਾਂ ਅਸੀਂ 9 ਨੂੰ ਐਜ਼ ਇਟ ਇਜ਼ ਲਿਖ ਦਿਆਂਗੇ, ਐਸੇ ਤਰ੍ਹਾਂ ਲਿਖ ਦਿਆਂਗੇ। ਕੋਈ ਕਨਫਿਊਜ਼ ਨਹੀਂ ਹੋਣਾ ਕਿ 9 ਨੂੰ 2 ਨਾਲ ਆਪਾਂ ਭਾਗ ਕਰਨੀ ਹੈ ਕਿ ਨਹੀਂ ਕਰਨੀ। ਜਿਹੜਾ ਅੱਖਰ ਭਾਗ ਹੋ ਰਿਹਾ ਉਹਨੂੰ ਕਰ ਦਿਓ, ਜਿਹੜਾ ਨਹੀਂ ਹੋ ਰਿਹਾ ਉਹਨੂੰ ਅਗਲੀ ਲਾਈਨ ਦੇ ਵਿੱਚ ਐਸੇ ਤਰ੍ਹਾਂ ਲਿਖ ਦਿਓ। ਫਿਰ ਸਾਡੇ ਕੋਲ ਇਹ ਦੋਨੇ ਜਾਣੇ 3 ਤੇ ਭਾਗ ਹੁੰਦੇ ਨੇ। ਕਿਸ ਤੇ ਆਇਆ 1 ਤੇ, ਫਿਰ ਕਿਸ ਤੇ ਆਇਆ 3 ਤੇ। ਫਿਰ ਅਸੀਂ ਕੀ ਕੀਤਾ 3 ਤੇ ਫਿਰ ਭਾਗ ਕੀਤੀ, ਆਹ ਤਾਂ ਇੱਕ ਐਜ਼ ਇਟ ਇਜ਼ ਲਿਖ ਦਿਆਂਗੇ ਔਰ ਇਸ ਨੂੰ ਕੀ ਕਰ ਦਿਆਂਗੇ ਫਿਰ ਭਾਗ ਕਰ ਦਿਆਂਗੇ। ਸਾਡੇ ਕੋਲ ਕੀ ਆ ਗਿਆ 1 ਆ ਗਿਆ। ਹੁਣ ਗੁਣਨ ਖੰਡਨ ਜਿੰਨੇ ਵੀ ਅਸੀਂ ਕੀਤੇ ਨੇ ਉਹਨਾਂ ਦੀ ਕੀ ਕਰ ਦਿਆਂਗੇ ਗੁਣਾ, 2 ਗੁਣਾ 2 ਗੁਣਾ 3 ਗੁਣਾ 3, 2 ਦੀ ਗੁਣਾ 2 ਨਾਲ ਕੀਤੀ 4, 4 ਤੀਏ 12, 12 ਤੀਏ 36, ਤਾਂ ਉੱਤਰ ਆ ਗਿਆ ਸਾਡਾ 36। 36 ਸਭ ਤੋਂ ਵੱਡਾ ਇਹੋ ਜਿਹਾ ਅੱਖਰ ਹੈ, ਇਹੋ ਜਿਹਾ ਗੁਣਜ ਹੈ, ਇਹੋ ਜਿਹਾ ਪਹਾੜ ਹੈ ਜਿਹੜਾ ਦੋਨੇ ਅੱਖਰਾਂ ਨਾਲ ਭਾਗ ਹੁੰਦਾ ਹੈਗਾ। ਸਭ ਤੋਂ ਵੱਡਾ ਹੈਗਾ, ਸਭ ਤੋਂ ਛੋਟਾ ਹੈਗਾ। LCM ਦੀ ਗੱਲ ਕਰ ਰਹੇ ਹਾਂ ਆਪਾਂ। LCM ਦੇ ਵਿੱਚ ਆਪਣੇ ਕੋਲ ਕੀ ਹੈਗਾ ਲੋਐਸਟ। LCM ਦੀ ਗੱਲ ਕਰੀਏ ਤਾਂ ਸਾਡੇ ਕੋਲ ਕੀ ਹੈਗਾ ਲੋਐਸਟ ਕਾਮਨ ਮਲਟੀਪਲ। ਮਲਟੀਪਲ ਦਾ ਮਤਲਬ ਪਹਾੜ ਆ, ਗੁਣਜ। ਤਾਂ ਅਸੀਂ 12 ਤੇ 18 ਦਾ ਸਭ ਤੋਂ ਛੋਟਾ ਜਿਹੜਾ ਅੱਖਰ ਹੈਗਾ, 12 ਤੇ 18 ਨਾਲ ਭਾਗ ਹੋਣ ਵਾਲਾ ਸਭ ਤੋਂ ਛੋਟਾ ਅੱਖਰ ਕਾਮਨ ਹੈਗਾ ਜਿਹੜਾ, ਉਹ ਸਾਡੇ ਕੋਲ 36 ਮਿਲਦਾ ਹੈ। ਤਾਂ ਇਹ ਸੀਗੀ LCM ਦੀ ਗੁਣਨ ਖੰਡਨ ਵਿਧੀ। ਹੁਣ ਅਸੀਂ ਦੂਸਰੀ ਵਿਧੀ ਕਰਾਂਗੇ ਉਸੇ ਤਰ੍ਹਾਂ ਜਿਵੇਂ ਸਾਨੂੰ ਸਵਾਲ ਪੁੱਛੇ ਜਾਂਦੇ ਨੇ LCM ਦੇ ਡਾਇਰੈਕਟਲੀ ਪਾਵਰ ਦੇ ਰਿਲੇਟਿਡ ਫੌਜ ਦੇ ਪੇਪਰ ਦੇ ਵਿੱਚ, ਤਾਂ ਉਹ ਆਪਾਂ ਨੂੰ ਉਸੇ ਤਰ੍ਹਾਂ ਆਪਾਂ ਉਹ ਸਵਾਲ ਕਾਊਂਟ ਕਰ ਦਿਆਂਗੇ। 2 ਦੀ ਪਾਵਰ ਆਪਾਂ ਨੂੰ ਦੇਤੀ 3, ਗੁਣਾ 'ਚ 3 ਦੀ ਪਾਵਰ ਦੇਤੀ 2, ਗੁਣਾ 'ਚ 5 ਦੀ ਪਾਵਰ ਦੇਤੀ ਆਪਣੇ ਕੋਲ 3, ਫਿਰ ਆਪਾਂ ਨੂੰ 11 ਦੀ ਪਾਵਰ ਦੇਤੀ 2। ਦੂਸਰੀ ਰਕਮ ਆਪਾਂ ਨੂੰ ਜਾਂ ਤਾਂ ਕੌਮਾ ਪਾ ਕੇ ਨੈਕਸਟ ਦੇ ਦਿੰਦੇ ਨੇ ਜਾਂ ਆਪਣੇ ਕੋਲ ਨੀਚੇ ਉਸ ਦੀ ਰਕਮ ਨੂੰ ਰਿਪੀਟ ਕਰ ਦਿੰਦੇ ਨੇ। ਦੂਸਰੀ ਰਕਮ ਆਪਣੇ ਕੋਲ ਹੈ ਮੰਨ ਲਓ 2 ਦੀ ਪਾਵਰ 2 ਗੁਣਾ 3 ਦੀ ਪਾਵਰ 5 ਗੁਣਾ 7 ਦੀ ਪਾਵਰ 2 ਗੁਣਾ 13, ਇਸ ਤਰ੍ਹਾਂ ਮੰਨ ਲਓ ਦੇਤਾ। 13 ਦੀ ਪਾਵਰ 1 ਹੈ, ਇੱਥੇ ਹੋਵੇ ਨਾ ਹੋਵੇ ਆਪਣੇ ਕੋਲ, ਜੇ ਤਾਂ ਦਿੱਤੀ ਹੋਈ ਹੈ ਤਾਂ ਠੀਕ ਹੈ, ਇਸ ਤਰ੍ਹਾਂ ਵੀ ਲਿਖ ਕੇ ਦੇ ਦਿੰਦੇ ਨੇ, ਜਾਂ ਉਹ ਨਹੀਂ ਲਿਖਦੇ ਤਾਂ ਆਪਣੇ ਕੋਲ ਉੱਤਰ ਦੇ ਵਿੱਚ ਉਹ ਲਿਖ ਕੇ ਦੇ ਦਿੰਦੇ ਨੇ, ਰਕਮ ਦੇ ਵਿੱਚ ਨਹੀਂ ਲਿਖਦੇ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਤਾਂ 13 ਦੀ ਪਾਵਰ ਜੇ ਹੈ ਨਹੀਂ ਤਾਂ ਉਹਦਾ ਮਤਲਬ 1 ਹੁੰਦਾ ਹੈ। ਹੁਣ ਆਪਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਦੇਖਾਂਗੇ ਵੀ ਕਾਮਨ ਕਿਹੜੇ ਹੈਗੇ। 2 3 ਹੋਰ ਕੋਈ ਕਾਮਨ ਨਹੀਂ, ਲੇਕਿਨ LCM ਦੇ ਵਿੱਚ ਅਸੀਂ ਸਾਰੇ ਦੇ ਸਾਰੇ ਅੱਖਰ ਲਿਖਾਂਗੇ ਜਿਹੜੇ ਦੋਨਾਂ ਦੇ ਵਿੱਚ ਨੇ, ਬਸ ਰਿਪੀਟ ਨਹੀਂ ਕਰਨਾ। ਜਿਵੇਂ 2 ਇਹਦੇ ਵਿੱਚ ਵੀ ਸੀ 2 ਇਹਦੇ ਵਿੱਚ ਵੀ ਸੀ ਤਾਂ ਤੁਸੀਂ 2 ਵਾਰੀ ਨਹੀਂ ਲਿਖਣਾ, ਤੁਸੀਂ ਕਾਮਨ ਤਾਂ ਲਿਖਣੇ ਨੇ, ਜਿਹੜੇ ਕਾਮਨ ਨਹੀਂ ਹੈਗੇ ਉਹਨਾਂ ਨੂੰ ਵੀ ਲਿਖੋਗੇ। ਅਸੀਂ ਲਿਖਿਆ 2 3, ਫਿਰ ਇਹਦੇ ਵਿੱਚ 5 ਹੈਗਾ 5 ਲਿਖ ਲਿਆ, ਫਿਰ ਇਹਦੇ ਵਿੱਚ 7 ਹੈਗਾ 7 ਲਿਖ ਲਿਆ, ਇਹਦੇ ਵਿੱਚ 11 ਹੈਗਾ 11 ਲਿਖ ਲਿਆ, ਔਰ ਇਹਦੇ ਵਿੱਚ 13 ਹੈਗਾ ਅਸੀਂ 13 ਲਿਖ ਲਿਆ। ਹੁਣ ਗੱਲ ਹੈ ਸਾਡੇ ਉੱਤਰ ਦੀ। ਉੱਤਰ ਸਾਨੂੰ ਐਜ਼ ਇਟ ਇਜ਼ ਹੀ ਮਿਲੂਗਾ। LCM ਦਾ ਜ਼ਿਆਦਾਤਰ ਸਾਡੇ ਕੋਲ ਗੁਣਾ ਕਰਕੇ ਉੱਤਰ ਨਹੀਂ ਆਉਂਦਾ, ਜੇ ਆਉਂਦਾ ਹੈ ਤਾਂ ਉਹ ਸਵਾਲ ਛੋਟਾ ਹੋਊਗਾ ਤਾਂ ਉਸ ਨੂੰ ਅਸੀਂ ਸੋਲਵ ਆਸਾਨੀ ਨਾਲ ਕਰ ਸਕਦੇ ਹਾਂ। 2 ਦੀ ਹੁਣ ਪਾਵਰ ਕਿਹੜੀ ਦੇਖਣੀ ਹੈ। ਪਾਵਰ ਇਹਦੇ ਵਿੱਚ HCF ਦੇ ਵਿੱਚ ਅਸੀਂ ਸਭ ਤੋਂ ਛੋਟੀ ਪਾਵਰ ਲੈਂਦੇ ਸੀ ਔਰ LCM ਦੇ ਵਿੱਚ ਅਸੀਂ ਸਭ ਤੋਂ ਵੱਡੀ ਪਾਵਰ ਲਵਾਂਗੇ। 2 ਦੀ ਪਾਵਰ ਇੱਥੇ ਕਿੰਨੀ ਹੈ 2, ਇੱਥੇ ਕਿੰਨੀ ਹੈ 3, ਤਾਂ ਅਸੀਂ ਪਾਵਰ ਰੱਖਾਂਗੇ 3। 3 ਦੀ ਪਾਵਰ ਆਪਣੇ ਕੋਲ ਵੱਡੀ ਕਿਹੜੀ ਹੈ ਦੋਨਾਂ ਚੋਂ 5। 5 ਦੀ ਪਾਵਰ ਇੱਕੋ ਹੀ ਹੈ, ਕਾਮਨ ਹੈ ਹੀ ਨਹੀਂਗਾ ਤਾਂ 3 ਹੀ ਰਹੇਗੀ। 7 ਵੀ ਕਾਮਨ ਹੈ ਨਹੀਂਗਾ, ਪਾਵਰ 2 ਰਹੇਗੀ। 11 ਵੀ ਕਾਮਨ ਹੈ ਨਹੀਂਗਾ, ਪਾਵਰ 2 ਰਹੇਗੀ। 13 ਵੀ ਕਾਮਨ ਹੈ ਨਹੀਂਗਾ, ਪਾਵਰ 1 ਰਹੇਗੀ। ਤਾਂ ਸਾਡਾ LCM ਹੈ ਜੋ ਉਹ ਇਹ ਵਾਲਾ ਆਏਗਾ,
ਇਹ ਸਾਡੇ ਕੋਲ ਪਾਵਰ ਦੇ ਹਿਸਾਬ ਦੇ ਨਾਲ ਜੋ ਸਵਾਲ ਪੁੱਛੇ ਜਾਂਦੇ ਨੇ LCM ਦੇ ਔਰ HCF ਦੇ, ਅਸੀਂ ਉਹਨਾਂ ਵਿਧੀਆਂ ਨੂੰ ਡਿਸਕਸ ਕੀਤਾ। ਇਸ ਤਰ੍ਹਾਂ ਅਸੀਂ HCF ਤੇ LCM ਦੀ ਡਿਟੇਲ ਨਾਲ ਜਾਣਕਾਰੀ ਹੈ ਜਿਹੜੀ ਅਸੀਂ ਇਸ ਨੂੰ ਪ੍ਰੈਕਟਿਸ ਕਰਕੇ ਹੀ ਸਾਨੂੰ ਪਤਾ ਲੱਗਦੀ ਹੈ। ਤਾਂ ਅੱਜ ਦੀ ਕਲਾਸ ਵਿੱਚ ਇੰਨਾ ਹੀ। ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਧੰਨਵਾਦ।